ਤੇ ਰਿਸ਼ਤੇਦਾਰਾਂ ਚ ਭਾਈ ਸ਼ਾਦੀ ਕੀਤੀ ਸੀ। ਜੇਜ ਵਗੈਰਾ ਲੋਕਾਂ ਕੋਲ ਕਰਜ਼ਾ ਚੁੱਕ ਕੇ ਦਿੱਤਾ, ਪਰੇਸ਼ਾਨ ਕਰਜ਼ੇ ਚੜ ਗਏ। ਤੇ ਸ਼ਾਦੀ ਤੋਂ ਬਾਅਦ ਫਿਰ ਉਹ ਨਸ਼ੇ ਕਿਤੇ ਸਾਨੂੰ ਨਹੀਂ ਪਤਾ ਚੱਲਿਆ, ਨਸ਼ੇ ਕਰਨ ਲੱਗ ਗਿਆ। ਨਸ਼ੇ ਕਰਦਾ ਕਰਦਾ ਵਿੱਚੇ ਵਿੱਚ ਇੱਕ ਕੁੜੀ ਨੂੰ ਨਸ਼ੇ ਤੇ ਲਾਤਾ। ਅਸੀਂ ਜਦੋਂ ਜਨੋਂ ਲੜਾਈਆਂ ਝਗੜੇ ਕਰਕੇ ਸਾਨੂੰ ਕੁੜੀ ਨੂੰ ਵੀ ਮਾਰ ਕੁੜੀ ਕੁੰਡੀ ਲਾ ਦੇਣ, ਕਿਹੜਾ ਘਰ ਹੀ ਨਹੀਂ ਹੈਗੀ। ਉਧਰ ਗਈ ਅਸੀਂ ਰੋ ਧੋ ਕੇ ਘਰ ਆ ਜਾਣਾ। ਇਹਨੇ ਆਪਣੇ ਵਾਲ ਪੁੱਟਨੇ, ਇਹਨੇ ਘਰ ਚ ਰੋਲਾ ਪਾਣਾ, ਰੋਣਾ, ਕਦੀ ਕਮਰੇ ਚ ਬੰਦ ਕਰਨਾ, ਕਦੀ ਕਿਤੇ ਕਦੀ ਕਿਤੇ। ਇਸ ਤਰ੍ਹਾਂ ਕਰਦੇ ਕਰਦੇ ਬੇਟਾ ਅਸੀਂ ਨਾ ਮਜਬੂਰ ਹੋ ਗਏ। ਫਿਰ ਅਸੀਂ ਇਲਾਜ ਕਰਾਉਣ ਲੱਗ ਗਏ। ਥੋੜਾ ਉੱਥੋਂ ਚੁੱਕ, ਇਧਰੋਂ ਚੁੱਕ, ਉਧਰੋਂ ਚੁੱਕ, ਕਰਜ਼ੇ ਚ ਗਈਆਂ ਮੈਂ ਫਸ। ਹੁਣ ਇਹਦਾ ਠੀਕ ਹੈ ਮਾਸ਼ਾਅੱਲਾ, ਸ਼ੁਕਰ ਅੱਲਾ ਦਾ। ਸਿਰਫ ਇਹਦਾ ਰਹਿ ਗਿਆ ਜਿਹੜਾ ਕੋਰਸ ਨਾ, ਉਹ 70-80 ਹਜ਼ਾਰ ਦਾ ਖਰਚਾ। ਬੇਟਾ ਬੱਚੀ ਜਵਾਨ ਹੋਵੇ ਨਾ ਜਿਸ ਘਰ ਦੇ ਵਿੱਚ, ਤੁਹਾਨੂੰ ਪਤਾ ਹਰ ਬੰਦਾ ਬੁਰੀ ਨਜ਼ਰ ਤੇ ਕਰਦੇ ਨੇ, ਅੱਜ ਕੱਲ ਦਾ ਮਾਹੌਲ ਆ। ਤੇ ਮੈਂ ਚਾਹਨੀ ਆ ਕਿ ਮੇਰਾ ਆਸਰਾ ਬਣ ਜਾਵੇ ਕੋਈ, ਇਹਦਾ ਕੋਰਸ ਹੋ ਜਾਏ, ਮੈਂ ਅੱਗੇ ਦੀ ਸ਼ਾਦੀ ਕਰਾਂ, ਅੱਛਾ ਘਰ ਮਿਲ ਜੇ। ਬੇਸ਼ੱਕ ਉਹ ਰੋਟੀ ਇੱਜ਼ਤ ਦੀ ਦੇ ਦੇਵੇ, ਹੋਰ ਕੁਛ ਨਸ਼ਾ ਨਾ ਕਰਦਾ ਹੋਵੇ, ਭਾਵੇਂ ਗਰੀਬ ਹੋਵੇ, ਇੱਜ਼ਤ ਵਾਲਾ ਹੋਵੇ, ਤੇ ਮੈਂ ਉਹਦੇ ਨਾਲ ਸ਼ਾਦੀ ਕਰ ਦਾਂਗੀ। ਬੇਟਾ ਮੇਰਾ ਕਰਜ਼ਾ ਉਤਰ ਜਾਵੇ ਤੇ ਇਹਦਾ ਨਿਕਾਹ ਕਰ ਦਾਂਗੀ, ਜਿੱਥੇ ਉਹ ਮਰਜ਼ੀ ਲੈ ਜਾਵੇ। ਠੀਕ ਹੈ, ਮੈਂ ਉਹਨਾਂ ਦੇ ਨਾਲ ਆ, ਮੈਂ ਉਹ ਮੇਰੇ ਨਾਲ। मतलब तुसी इस चीज ते एग्री सपोर्ट करन तैयार हो? मैं एग्री हां। मैं अस्सलाम वालेकुम नाजरीन, मैं आपका अपना मेज़बान ज़ुबैर राजपूत। नाजरीन, आपने अक्सर हमारी यूट्यूब चैनल पे केसेस सुने होंगे, लव मैरिज के चक्कर में घर ख़राब हो गया, या और भी काफ़ी केसेस हमने रिपोर्ट किए। लेकिन आज एक केस डिफरेंट है कि एक नशे के चक्कर में एक फैमिली का घर ख़राब हो जाता है। ये सारा माजरा है क्या? हमारे साथ लड़की भी मौजूद है, लड़की की वालदा भी मौजूद है। लड़की की वालदा से बात करते हैं और सारा माजरा जानने की कोशिश करते हैं। अस्सलाम वालेकुम। वालेकुम अस्सलाम, क्या हाल है? जी शुक्र अल्लाह। अच्छा बहन, बताइएगा कि आपने बताया कि आपने अपनी बेटी की शादी की और ये सारा आपकी बेटी फिर नशे पे लग गई। नशे पे बेटी कैसे लग गई, क्या वजह बनी? ਤੇ ਰਿਸ਼ਤੇਦਾਰਾਂ ਚ ਭਾਈ ਸ਼ਾਦੀ ਕੀਤੀ ਸੀ। ਜੇਜ ਵਗੈਰਾ ਲੋਕਾਂ ਕੋਲ ਕਰਜ਼ਾ ਚੁੱਕ ਕੇ ਦਿੱਤਾ, ਪਰੇਸ਼ਾਨ ਕਰਜ਼ੇ ਚੜ ਗਏ। ਤੇ ਸ਼ਾਦੀ ਤੋਂ ਬਾਅਦ ਫਿਰ ਉਹ ਨਸ਼ੇ ਕਿਤੇ ਸਾਨੂੰ ਨਹੀਂ ਪਤਾ ਚੱਲਿਆ, ਨਸ਼ੇ ਕਰਨ ਲੱਗ ਗਿਆ। ਨਸ਼ੇ ਕਰਦਾ ਕਰਦਾ ਵਿੱਚੇ ਵਿੱਚ ਇੱਕ ਕੁੜੀ ਨੂੰ ਨਸ਼ੇ ਤੇ ਲਾਤਾ। ਅਸੀਂ ਜਦੋਂ ਜਨੋਂ ਲੜਾਈਆਂ ਝਗੜੇ ਕਰਕੇ ਸਾਨੂੰ ਕੁੜੀ ਨੂੰ ਵੀ ਮਾਰ ਕੁੜੀ ਕੁੰਡੀ ਲਾ ਦੇਣ, ਕਿਹੜਾ ਘਰ ਹੀ ਨਹੀਂ ਹੈਗੀ। ਉਧਰ ਗਈ ਅਸੀਂ ਰੋ ਧੋ ਕੇ ਘਰ ਆ ਜਾਣਾ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੇ ਵਾਲ ਸਾਹਿਬ ਫੌਤ ਹੋ ਗਿਆ। मतलब बेटी ਨੂੰ ਨਹੀਂ ਮਿਲਣ ਦਿੰਦੇ ਸੀ, ਬਿਲਕੁਲ ਨਹੀਂ ਮਿਲਣ ਦਿੰਦੇ। ਉਹਨਾਂ ਸ਼ਕਲ ਹੀ ਨਹੀਂ ਵਹਾਈ ਕਿ ਅੱਜ ਸਹੁਰਿਆਂ ਦੇ ਗਈ, ਅੱਜ ਉੱਥੇ ਗਈ। ਮਕਸਦ ਇਹ ਕਿ ਨਾ ਮਿਲਣਗੇ ਤੇ ਪਤਾ ਚੱਲ ਜਾਏਗਾ ਨਸ਼ੇ ਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਨਾ ਉਹ ਨਾ ਮੇਰਾ ਜਿਹੜਾ ਮੀਆਂ ਸੀ ਨਾ ਫੌਤ ਹੋ ਗਿਆ। ਠੀਕ ਹੈ। ਅੱਛਾ ਪਹਿਲੇ ਮੈਨੂੰ ਇਹ ਦੱਸੋ ਮਾਂ ਜੀ ਕਿ ਜਦੋਂ ਤੁਸੀਂ ਸ਼ਾਦੀ ਕੀਤੀ ਹੈ, ਚਲੋ ਬਗਾਨਾ ਕੋਈ ਘਰ ਹੋਵੇ ਤੇ ਪਤਾ ਲੱਗ ਜਾਂਦਾ ਹੈ ਕਿ ਬੰਦਾ ਨਹੀਂ ਪਤਾ ਲੱਗਦਾ ਕਿ ਨਸ਼ਾ ਕਰਦਾ ਨਹੀਂ ਕਰਦਾ, ਕਿਸ ਤਰ੍ਹਾਂ ਦਾ ਧੀ ਪੁੱਤਰ ਹੈ। ਤੇ ਜਦੋਂ ਤੁਸੀਂ ਰਿਸ਼ਤੇਦਾਰਾਂ 'ਚ ਕੀਤੀ ਤੇ ਤੁਹਾਨੂੰ ਨਹੀਂ ਸੀ ਪਤਾ ਕਿ ਤੁਹਾਡਾ ਮਤਲਬ ਆਪਣਾ ਕਲੋਜ਼ ਰਿਸ਼ਤੇਦਾਰ ਸਨ ਤੇ ਮੁੰਡਾ ਨਸ਼ਾ ਕਰਦਾ ਜਾਂ ਮੁੰਡਾ ਕਿਸ ਕੈਟੇਗਰੀ ਦਾ ਹੈਗਾ, ਮੁੰਡੇ ਦਾ ਕੀ ਕਿਰਦਾਰ ਕੀ ਹੈਗਾ? ਨਹੀਂ, ਸਾਨੂੰ ਨਹੀਂ ਸੀ ਪਤਾ। ਦੂਰ ਦੇ ਰਿਸ਼ਤੇਦਾਰ ਸੀ, ਨਜ਼ਦੀਕ ਨਹੀਂ ਸੀ ਹੈਗੇ। ਰਿਸ਼ਤੇ ਕਰਾਉਣ ਵਾਲੇ ਸਾਡੇ ਨਾਲ ਇਸ ਤਰ੍ਹਾਂ ਕੀਤਾ। ਬਾਕੀ ਨਾ ਮੁੰਡਾ ਨਸ਼ਾ ਕਰਦਾ ਨਾ ਸਾਨੂੰ ਪਤਾ ਸੀ। ਤੇ ਜਦੋਂ ਫਿਰ ਉਹ ਪਤਾ ਚੱਲਿਆ, ਉਦੋਂ ਜਦੋਂ ਸਾਡੀ ਬੇਟੀ ਵੀ ਨਸ਼ੇ ਤੇ ਲੱਗ ਗਈ, ਉਹ ਫਿਰ ਅਸੀਂ ਇਸ ਤਰ੍ਹਾਂ ਕਿਤੇ ਕਰਦੇ ਕਰਦੇ ਇਹਨਾਂ ਦੇ ਵੱਲ ਫੌਤ ਹੋ ਗਏ। ਮੈਂ ਉਧਰ ਪਰੇਸ਼ਾਨੀਆਂ 'ਚ ਵੜ ਗਈ। ਫਿਰ ਮੈਂ ਗਈ, ਫਿਰ ਉਹਨੇ ਦਿਨ ਨੂੰ ਵੇਖਿਆ ਤੇ ਮੇਰੀ ਬੇਟੀ ਨਸ਼ੇ ਵਿੱਚ ਨਾ ਧੁੰਦ ਹੋ ਚੁੱਕੀ ਸੀ। ਫਿਰ ਮੈਂ ਨਾ ਇਸ ਤਰ੍ਹਾਂ ਰੋ ਲਿਆ, ਰੱਬਿਆਂ 'ਚ ਕੱਲੀ ਐਸਾ ਧੱਕੇ ਧੁੱਕੇ ਖਾਂਦੀ ਰਹੀ ਤੇ ਉਹ ਨਸ਼ਾ ਬਹੁਤਾ ਕਰਨ ਲੱਗ ਗਿਆ। ਉਹਦੀ ਡੈਥ ਹੋ ਗਈ। ਅੱਛਾ, ਮਤਲਬ ਤੁਹਾਡਾ ਜਿਹੜਾ ਜਵਾਈ ਸੀ ਉਹਦੀ ਡੈਥ ਹੋ ਗਈ? ਹਾਂਜੀ, ਉਹਦੀ ਡੈਥ ਹੋ ਗਈ। ਫਿਰ ਉਹਨੂੰ ਉੱਥੋਂ ਮੈਂ ਲੈ ਕੇ ਆਈ। ਮੈਂ ਤੇ ਲੈ ਹੀ ਆਣਾ ਸੀ ਨਾ, ਫਿਰ ਤੇ ਜ਼ਿੰਮੇਦਾਰ ਨਹੀਂ ਸੀ ਹੈਗੇ। ਫਿਰ ਘਰ ਲਿਆਈ ਤੇ ਇਹ ਵੀ ਨਸ਼ੇ ਤੇ ਹੈਵੀ ਹੋ ਗਈ ਸੀ। ਫਿਰ ਕਰਜ਼ਾ ਚੁੱਕ ਚੁੱਕ ਨਾ ਦੇਣਾ, ਇਹਨੇ ਆਪਣੇ ਵਾਲ ਪੁੱਟਨੇ, ਇਹਨੇ ਘਰ ਚ ਰੋਲਾ ਪਾਣਾ, ਰੋਣਾ, ਕਦੀ ਕਮਰੇ ਚ ਬੰਦ ਕਰਨਾ, ਕਦੀ ਕਿਤੇ ਕਦੀ ਕਿਤੇ। ਇਸ ਤਰ੍ਹਾਂ ਕਰਦੇ ਕਰਦੇ ਬੇਟਾ ਅਸੀਂ ਨਾ ਮਜਬੂਰ ਹੋ ਗਏ। ਠੀਕ ਹੈ। ਫਿਰ ਅਸੀਂ ਇਲਾਜ ਕਰਾਉਣ ਲੱਗ ਗਏ। ਥੋੜਾ ਉੱਥੋਂ ਚੁੱਕ, ਇਧਰੋਂ ਚੁੱਕ, ਉਧਰੋਂ ਚੁੱਕ, ਕਰਜ਼ੇ ਚ ਗਈਆਂ ਮੈਂ ਫਸ। ਹੁਣ ਇਹਦਾ ਠੀਕ ਹੈ ਮਾਸ਼ਾਅੱਲਾ, ਸ਼ੁਕਰ ਅੱਲਾ ਦਾ। ਸਿਰਫ ਇਹਦਾ ਰਹਿ ਗਿਆ ਜਿਹੜਾ ਕੋਰਸ ਨਾ, ਉਹ 70-80 ਹਜ਼ਾਰ ਦਾ ਖਰਚਾ, ਜਿਹਦੀ ਵਜ੍ਹਾ ਤੋਂ ਮੈਂ ਮੀਡੀਆ ਤੇ ਆਈ ਹਾਂ। ਬਾਕੀ ਇਹ ਕਿ ਅੱਲਾ ਵਾਰਿਸ ਹੈ। ਅੱਛਾ ਮਾਂ ਜੀ, ਜਦੋਂ ਤੁਸੀਂ ਤੁਹਾਡਾ ਜਵਾਈ ਇਸ ਦੁਨੀਆ ਤੋਂ ਚਲਾ ਗਿਆ, ਤੁਸੀਂ ਆਪਣੀ ਧੀ ਨੂੰ ਆਪਣੇ ਘਰ ਲਿਆਂਦਾ ਤੇ ਤੁਸੀਂ ਦੱਸਿਆ ਕਿ ਬੜੇ ਬੁਰੇ ਹਾਲਾਤ ਸਨ, ਨਸ਼ੇ ਦੀ ਬਹੁਤ ਜ਼ਿਆਦਾ ਆਦਤ ਸੀ ਇਹਨਾਂ ਨੂੰ। ਤੇ ਫਿਰ ਤੁਹਾਨੂੰ ਮਤਲਬ ਕਿਵੇਂ ਇਹਨਾਂ ਨੂੰ ਹਸਪੀਟਲ ਲੈ ਗਏ, ਖਰਚਾ ਕਿਵੇਂ ਅਫੋਰਡ ਕੀਤਾ? ਤੇ ਕਿਰਾਏ ਦਾ ਆਪਣਾ ਤੁਹਾਡਾ ਘਰ ਹੈ, ਤੁਸੀਂ ਦੱਸਿਆ ਖਾਮਨ ਤੁਹਾਡਾ ਸਿਰ ਤੇ ਨਹੀਂ ਹੈਗਾ, ਤੇ ਕਰਜ਼ਾ ਕਿੰਨਾ ਚੜ ਗਿਆ ਤੇ ਕਿਵੇਂ ਆਪਣੇ ਘਰ ਦੀ ਹਾਂਡੀ ਰੋਟੀ ਕਿਵੇਂ ਕਰਦੇ? ਭਾਈ ਮੈਂ ਲੋਕਾਂ ਦੇ ਘਰ ਚ ਬਰਤਨ ਧੋਨੀ ਆ। ਬੇਟੀ ਮੇਰੀ ਤੁਹਾਨੂੰ ਪਤਾ ਜਿਹਦੀ ਹਾਲਤ ਵੇਖੀ ਤੁਸੀਂ। ਠੀਕ ਹੈ ਨਾ, ਵੀ ਕਰਜ਼ੇ ਚੁੱਕੇ ਨੇ, ਕਰਜ਼ੇ ਚੁੱਕ ਚੁੱਕ ਕੇ ਕਰਜ਼ੇ, ਰੈਂਟ ਵੀ ਮੇਰਾ ਮਕਾਨ ਦਾ ਰੈਂਟ ਦਾ ਹੈ, ਰਾਸ਼ਨ ਮੇਰੇ ਘਰ ਨਹੀਂ, ਤੇ ਕਦੀ ਕਿਸੇ ਦੇ ਬਰਤਨ ਧੋਣੇ, ਇਧਰੋਂ ਰੋਟੀ ਲੈ ਕੇ ਖਾ ਲਈ, ਤੇ ਇਹਦਾ ਇਲਾਜ ਵੀ ਜ਼ਰੂਰੀ ਆ। ਹੁਣ ਮਜਬੂਰ ਹੋ ਗਈ ਆ ਤੇ ਮਜਬੂਰੀਆਂ ਤੁਹਾਡੇ ਕੇ ਸ਼ੇਅਰ ਕੀਤੀਆਂ ਨੇ।
ਠੀਕ ਹੈ। ਕਿ ਬਹੁਤ ਕਿੰਨਾ ਕੁ ਕਰਜ਼ਾ ਫੜ ਲਿਆ ਹੁਣ ਤੱਕ ਜਿਹੜਾ ਦੇਣ ਵਾਲਾ ਲੋਕਾਂ ਦਾ? ਕਰਜ਼ਾ ਤੇ ਬੇਟਾ ਮੈਂ ਬਹੁਤ ਜ਼ਿਆਦਾ ਫੜ ਲਿਆ ਹੈ। ਤੇ ਮੈਂ ਨਹੀਂ ਆ ਕਿ ਕਰਜ਼ਾ ਮੇਰਾ ਨਾ ਭਾਵੇਂ ਲੱਤੇ, ਪਰ ਇਹਦਾ ਇਲਾਜ ਜ਼ਰੂਰੀ ਹੈ। ਠੀਕ ਹੋ ਗਿਆ। ਮਤਲਬ ਧੀ ਦੀ ਜ਼ਿੰਦਗੀ ਤੁਹਾਡੇ ਵਾਸਤੇ ਪਹਿਲੇ ਨੰਬਰ ਤੇ ਹੈਗਾ ਕਿ ਧੀ ਦਿਹਾੜੀ ਬਚ ਜਾਵੇ, ਕਰਜ਼ਾ ਤੇ ਚਲੋ ਜ਼ਿੰਦਗੀ ਦੇ ਨਾਲ ਆਹਿਸਤਾ ਆਹਿਸਤਾ ਲੈਂਦਾ ਰਹੇਗਾ। ਕਿ ਜੇ ਮੈਂ ਕਹਿੰਦੀ ਹਾਂ ਕਿ ਜਿਹੜੀ ਵੀ ਮਾਂ ਆਪਣੀ ਔਲਾਦ ਦੀ ਖੈਰੀ ਮੰਗਦੀ, ਮੇਰੀ ਬੇਟੀ ਠੀਕ ਹੋ ਜਾਵੇ, ਇਹਨੇ ਪੈਸੇ ਦੀ ਨਹੀਂ, ਬਾਕੀ ਲਿਹਾਜ਼ਾ ਮਿਹਰਬਾਨੀ ਮੇਰੇ ਨਾਲ ਹਲਫ। ਠੀਕ ਹੈ। ਅੱਛਾ ਮੇਰੀ ਗੱਲ ਸੁਣੋ ਕਿ ਤੁਸੀਂ ਇੰਨਾ ਜ਼ਿਆਦਾ ਤੁਸੀਂ ਦੱਸਿਆ ਕਰਜ਼ਾ ਲਿਆ ਹੋਇਆ, ਤੇ ਕਰਜ਼ੇ ਵਾਲੇ ਘਰ ਆ ਕੇ ਤੰਗ ਨਹੀਂ ਕਰਦੇ? ਬੇਟਾ ਆਉਂਦੇ ਨੇ, ਦਰਵਾਜ਼ੇ ਨੂੰ ਮਾਰਦੇ ਨੇ, ਕਦੇ ਤਾਲਾ ਮਾਰ ਜਾਂਦਾ, ਮਾਲਕ ਤਾਲਾ ਮਾਰ ਜਾਂਦਾ, ਬਿੱਲ ਨਹੀਂ ਦਿੱਤਾ ਜਾਂਦਾ, ਰੈਂਟ ਨਹੀਂ ਦਿੱਤਾ, 3-3 ਮਹੀਨੇ ਦਾ ਰੈਂਟ ਚੜ ਜਾਂਦਾ ਹੈ, ਫਿਰ ਕਿੱਧਰ ਜਾਵਾਂ ਜਵਾਨ ਬੇਟੀ ਲੈ ਕੇ। ਅੱਛਾ ਮੈਨੂੰ ਇਹ ਦੱਸੋ ਕਿ ਜਵਾਨ ਬੇਟੀ ਹੈ ਮਾਸ਼ਾਅੱਲਾ, ਪਹਿਲੇ ਤਾਂ ਤੁਸੀਂ ਦੱਸਿਆ ਕਿ ਬਿਹਤਰ ਵੀ ਇਲਾਜ ਕਾਫੀ ਹੱਦ ਤੱਕ ਹੋ ਚੁੱਕਿਆ ਹੈ, ਸਮਝ ਲਓ ਇਲਾਜ ਦੀ ਐਂਡ ਰਹਿ ਗਿਆ, ਠੀਕ ਹੈ, ਆਖਰੀ ਕੋਰਸ ਰਹਿ ਗਿਆ ਇਹਦਾ, ਠੀਕ ਹੈ, ਤੇ ਬਿਲਕੁਲ ਇਹਦੇ ਜਿਹੜੇ ਸਿੰਪਟਮਸ ਨੇ ਉਹ ਖਤਮ ਹੋ ਜਾਣਗੇ ਨਸ਼ੇ ਦੇ, ਇੰਜ ਹੀ ਤੁਸੀਂ ਕਹਿ ਰਹੇ ਹੋ? ਜੀ ਹਾਂਜੀ ਇੰਜੀ ਗੱਲ, ਠੀਕ ਹੈ। ਅੱਛਾ ਲੇਕਿਨ ਜਿਹੜੇ ਕਰਜ਼ਾ ਲੈਣ ਵਾਲੇ ਆਂਦੇ ਨੇ ਜਾਂ ਮਾਲਕ ਮਕਾਨ ਤੰਗ ਕਰਦਾ ਹੈ, ਕੀ ਕੋਈ ਫਰਮਾਇਸ਼ਾਂ ਉਲਟੀ ਸਿੱਧੀਆਂ ਗੱਲਾਂ ਤੇ ਨਹੀਂ ਤੁਹਾਡੇ ਨਾਲ ਕਰਦੇ? ਬੇਟਾ ਬੱਚੀ ਜਵਾਨ ਹੋਵੇ ਨਾ ਜਿਸ ਘਰ ਦੇ ਵਿੱਚ, ਤੁਹਾਨੂੰ ਪਤਾ ਹਰ ਬੰਦਾ ਬੁਰੀ ਨਜ਼ਰ ਤੇ ਕਰਦੇ ਨੇ, ਅੱਜ ਕੱਲ ਦਾ ਮਾਹੌਲ ਆ, ਤੇ ਮੈਂ ਚਾਹਨੀ ਆ ਕਿ ਮੇਰਾ ਆਸਰਾ ਬਣ ਜਾਵੇ, ਕੋਈ ਇਹਦਾ ਕੋਰਸ ਹੋ ਜਾਏ, ਮੈਂ ਅੱਗੇ ਦੀ ਸ਼ਾਦੀ ਕਰ ਲਵਾਂ। ਠੀਕ ਹੈ, ਕੋਈ ਅੱਛਾ ਘਰ ਮਿਲ ਜਾਏ ਮੈਂ ਸ਼ਾਦੀ। ਠੀਕ ਹੋ, ਮਤਲਬ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਪਹਿਲੇ ਤੁਸੀਂ ਇਹਦਾ ਜਿਹੜਾ ਕੋਰਸ ਮੁਕੰਮਲ ਹੋਣ ਵਾਲਾ ਰਹਿੰਦਾ ਵੇ ਮੈਡੀਸਨ ਦਾ, ਤੁਸੀਂ ਇਹਦਾ ਮੁਕੰਮਲ ਇਲਾਜ ਕਰਵਾਉਣਾ ਚਾਹੁੰਦੇ ਹੋ, ਉਹਦੇ ਬਾਅਦ ਚਾਹੁੰਦੇ ਹੋ ਕਿ ਫਿਰ ਇਹਦੀ ਮੈਂ ਸ਼ਾਦੀ ਅੱਗੇ ਕਰ ਦਵਾਂ ਕਿਧਰੇ? ਹਾਂਜੀ ਫਿਰ ਸ਼ਾਦੀ ਕਰਾਂਗੇ ਤਾਂ ਇਲਾਜ ਕੋਰਸ ਪੂਰਾ ਹੋ ਜਾਵੇ, ਅੱਛਾ ਘਰ ਮਿਲ ਜੇ, ਬੇਸ਼ੱਕ ਉਹ ਰੋਟੀ ਇੱਜ਼ਤ ਦੀ ਦੇ ਦੇਵੇ, ਹੋਰ ਕੁਛ ਨਸ਼ਾ ਨਾ ਕਰਦਾ ਹੋਵੇ, ਭਾਵੇਂ ਗਰੀਬ ਹੋਵੇ, ਇੱਜ਼ਤ ਵਾਲਾ ਹੋਵੇ, ਠੀਕ ਹੋ, ਤੇ ਮੈਂ ਉਹਦੇ ਨਾਲ ਸ਼ਾਦੀ ਕਰ ਦਾਂਗੀ। ਠੀਕ ਹੋ ਗਿਆ। ਅੱਛਾ ਪਹਿਲੇ ਹੀ ਜਿਹੜੀ ਸ਼ਾਦੀ ਕੀਤੀ ਏ ਤੇ ਉਹਦੇ ਚ ਕੋਈ ਔਲਾਦ ਵਗੈਰਾ ਬੇਟੀ ਦੀ ਕੋਈ ਹੋਵੇ? ਨਹੀਂ ਬੇਟਾ ਸ਼ਾਦੀ ਬੱਚਾ ਨਹੀਂ ਕੋਈ ਵੀ ਹੈ। ਠੀਕ ਹੋ ਗਿਆ। ਅੱਛਾ ਮਾਜ ਮੈਨੂੰ ਫਿਰ ਇਹ ਦੱਸੋ ਕਿ ਜਿਹੜਾ ਪਹਿਲੇ ਤੁਸੀਂ ਇੰਨੀ ਸ਼ਾਦੀ ਕੀਤੀ, ਜਹੇਜ਼ ਬਣਾਇਆ, ਉਹਦਾ ਵੀ ਤੁਸੀਂ ਦੱਸਿਆ ਕਰਜ਼ਾ ਵਗੈਰਾ ਤੁਸੀਂ ਲੈ ਕੇ ਕੀਤਾ ਕੰਮ ਸਾਰਾ, ਉਹਦੇ ਤੋਂ ਬਾਅਦ ਫਿਰ ਇਹਦਾ ਇਲਾਜ ਕਰਵਾਇਆ, ਫਿਰ ਘਰ ਵੀ ਕਿਰਾਏ ਤੇ ਹੈਗਾ, ਅੱਗੇ ਆਲਰੇਡੀ ਕਰਜ਼ਾ ਮਾਮਲਾ ਤੇ ਹੈਗੇ ਨਾ, ਤੇ ਕਿਵੇਂ ਅੱਗੇ ਫਿਰ ਇਹਦੀ ਸ਼ਾਦੀ ਕਿਵੇਂ ਕਰੋਗੇ? ਮੈਂ ਬੇਟਾ ਇਹੀ ਕਹਿੰਨੀ ਆ ਕਿ ਮੈਨੂੰ ਮੇਰੇ ਨਾਲ ਕੋਈ ਤਾਮਨ ਕੀਤਾ ਜਾਵੇ, ਮੈਂ ਮਾੜੀ ਆ, ਮੈਂ ਕਰਜ਼ਾ ਚਲੋ ਇਹਦੀ ਸ਼ਾਦੀ ਕਰਾਂਗੀ, ਇਹ ਆਪਣੇ ਘਰ ਚਲੀ ਜਾਏਗੀ, ਜਿਹੜਾ ਮੇਰਾ ਕਰਜ਼ਾ ਹੈ ਉਹ ਮੈਨੂੰ ਕੋਈ ਸਪੋਰਟ ਕਰੇ ਤੇ ਉਹ ਲੱਥ ਜਾਵੇ, ਮੈਂ ਖੁਸ਼ ਆ, ਸਾਰਿਆਂ ਦੀ ਮਿਹਰਬਾਨੀ। ਠੀਕ ਹੈ। ਅੱਛਾ ਮਾਂ ਜੀ ਮੈਨੂੰ ਇਹ ਦੱਸੋ, ਤੁਸੀਂ ਦੱਸਿਆ ਕਿ ਲੋਕ ਜਵਾਨ ਧੀ ਘਰ ਵਿੱਚ ਬੈਠੀ ਏ ਤੇ ਮਾਲਕ ਮਕਾਨ ਵੀ ਬੁਰੀ ਨਜ਼ਰ ਰੱਖਦਾ ਹੈ, ਕਰਜ਼ੇ ਜਿਨ੍ਹਾਂ ਨੇ ਲੈਣੇ ਨੇ ਉਹ ਡਿਮਾਂਡ ਕਰਦੇ ਨੇ ਕਿ ਜੀ ਅਗਰ ਪੈਸੇ ਨਹੀਂ ਦੇਣੇ ਤੇ ਫਿਰ ਮਤਲਬ ਤੁਸੀਂ ਇਹਦਾ ਨਿਕਾਹ ਦੇ ਮਤਲਬ ਇਹ ਕੁੜੀ ਨਾਲ ਮਿਲਵਾ ਦਿਓ, ਜਾਂ ਉਲਟੀ ਸਿੱਧੀ ਕੋਈ ਗੱਲਾਂ ਕਰਦੇ ਨੇ ਤੁਹਾਡੇ ਨਾਲ, ਜ਼ਾਹਿਰ ਗੱਲ ਦੁੱਖ ਤੇ ਫਿਰ ਹਰ ਕਿਸੇ ਨੂੰ ਹੁੰਦਾ ਹੈ, ਤੇ ਤੁਹਾਨੂੰ ਵੀ ਇਸ ਚੀਜ਼ ਦੀ ਤਕਲੀਫ ਹੁੰਦੀ ਹੋਏਗੀ। ਅਗਰ ਕੋਈ ਸਾਡੇ ਚੈਨਲ ਦੇ ਥਰੂ ਕੋਈ ਦੇਖਣ ਵਾਲਾ ਸਾਡਾ ਵੀਵਰਸ ਤੁਹਾਡੇ ਨਾਲ ਕੋਈ ਰਾਬਤਾ ਕਰਦਾ ਹੈ, ਉਹ ਕਹਿੰਦਾ ਜੀ ਮੈਂ ਇਹਦਾ ਇਲਾਜ ਵੀ ਕਰਵਾ ਲਾਂਗਾ, ਤੁਹਾਡੇ ਕਰਜ਼ੇ ਵਗੈਰਾ ਵਿੱਚ ਵੀ ਸਪੋਰਟ ਕਰਦਾ ਹੈ, ਤੁਹਾਨੂੰ ਘਰ ਵਗੈਰਾ ਵੀ ਕੋਈ ਅੱਛੀ ਜਗ੍ਹਾ ਸ਼ਿਫਟ ਕਰਵਾ ਦਿੰਦਾ ਹੈ, ਤੇ ਕਹਿੰਦਾ ਜੀ ਤੁਸੀਂ ਮੈਨੂੰ ਹਲਾਲ ਤਰੀਕੇ ਨਾਲ ਲੜਕੀ ਦਾ ਨਿਕਾਹ ਦੇ ਦਿਓ, ਤੇ ਕੀ ਕਹਿੰਦੇ ਇਸ ਬਾਰੇ? ਬੇਟਾ ਮੈਨੂੰ ਇਸ ਤਰ੍ਹਾਂ ਹੋ ਜਾਏਗਾ ਤੇ ਮੈਂ ਨਿਕਾਹ ਦੇ ਦਾਂਗੀ, ਸ਼ਾਦੀ ਕਰ ਦਾਂਗੀ। ਠੀਕ ਹੈ। ਬਾਕੀ ਇਹ ਕਿ ਮਾਲਕ ਬੋਲਦੇ ਨੇ ਆ ਕੇ, ਉਹ ਕਹਿੰਦੇ ਨੇ ਸਰ ਮੈਂ ਕਦੀ ਜਦੋਂ ਕੰਮ ਤੇ ਜਾਨੀ ਆ ਸਾਰਾ ਦਿਨ ਘਰ ਘਰ ਫਿਰਨੀ ਆ, ਮੇਰੀ ਜਵਾਨ ਬੱਚੀ ਹੈ, ਨਾ ਮੈਂ ਤਾਲਾ ਮਾਰ ਕੇ ਜਾ ਸਕਨੀ ਆ, ਤੇ ਮੈਂ ਬਹੁਤ ਮਜਬੂਰ ਆ ਤੇ ਬਹੁਤ ਪਰੇਸ਼ਾਨ ਆ, ਤੇ ਇਸ ਤਰ੍ਹਾਂ ਮੈਨੂੰ ਹੋ ਜਾਵੇ ਤੇ ਮੈਂ ਬਹੁਤ ਤੁਹਾਡੇ ਵਾਸਤੇ ਕਾਬਿਲੇ ਕਬੂਲ ਹੈ? ਹਾਂਜੀ ਮੈਂ ਕਬੂਲ ਹਾਂ। ਅੱਛਾ ਅਗਰ ਕੋਈ ਜ਼ਿਆਦਾਤਰ ਸਾਡੇ ਵੀਵਰਸ ਜਿਹੜੇ ਨੇ ਨਾ ਓਵਰਸੀਜ਼ ਪਾਕਿਸਤਾਨੀ, ਜਿਹੜੇ ਬਾਹਰ ਦੇ ਮੁਲਕਾਂ 'ਚ ਰਹਿੰਦੇ ਨੇ, ਪਾਕਿਸਤਾਨ ਤੋਂ ਬਾਹਰ ਜਾ ਕੇ ਮਿਹਨਤ ਕਰਦੇ ਨੇ, ਆਪਣੇ ਘਰ ਨੂੰ ਸਪੋਰਟ ਕਰਦੇ ਨੇ, ਤੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਵੀ ਹੈ, ਤੇ ਉਹ ਮਾਸ਼ਾਅੱਲਾ ਅੱਛਾ ਕਮਾ ਵੀ ਲੈਂਦੇ ਨੇ, ਮਤਲਬ ਉਹ ਤੁਹਾਨੂੰ ਸਪੋਰਟ ਵੀ ਕਰ ਸਕਦੇ ਨੇ, ਤੇ ਅਗਰ ਕੋਈ ਐਸਾ ਕੋਈ ਸ਼ਖਸ ਜਿਹੜਾ ਆਖੇ ਜੀ ਮੈਂ ਨਿਕਾਹ ਕਰਕੇ ਇਹਨੂੰ ਬਾਹਰ ਕੁੜੀ ਨੂੰ ਬੁਲਾ ਲਵਾਂ, ਤੇ ਫਿਰ ਤੁਸੀਂ ਕੀ ਆਂਦੇ ਹੋ, ਤੇ ਨਸ਼ੇ ਤੋਂ ਵੀ ਇਹਦੀ ਜਾਨ ਛੋੜ ਜੇਗੀ, ਇੱਥੇ ਦਾ ਮਾਹੌਲ ਵੀ ਚੇਂਜ ਹੋ ਜਾਏਗਾ ਤੁਹਾਡਾ? ਬੇਟਾ ਮੇਰਾ ਕਰਜ਼ਾ ਉਤਰ ਜਾਵੇ ਤੇ ਇਹਦਾ ਨਿਕਾਹ ਕਰ ਦਾਂਗੀ, ਜਿੱਥੇ ਉਹ ਮਰਜ਼ੀ ਲੈ ਜਾਵੇ, ਠੀਕ ਹੈ, ਮੈਂ ਉਹਨਾਂ ਦੇ ਨਾਲ ਆ, ਮੈਂ ਉਹ ਮੇਰੇ ਨਾਲ। ਮਤਲਬ ਤੁਸੀਂ ਇਸ ਚੀਜ਼ ਤੇ ਐਗਰੀ ਸਪੋਰਟ ਕਰਨ ਤਿਆਰ ਹੋ? ਮੈਂ ਐਗਰੀ ਆ, ਮੈਂ ਸਪੋਰਟ ਕਰਾਂ। ਕੋਈ ਤੁਹਾਡੀ ਡਿਮਾਂਡ ਹੋਵੇ, ਤੁਹਾਡੀ ਕੋਈ ਸ਼ਰਤ ਹੋਵੇ ਤੁਹਾਡੀ ਕੋਈ? ਨਹੀਂ ਸ਼ਰਤ ਮੇਰੀ यही मेरा कर्जा उतर जावे, ਇਹਦਾ इलाज हो जावे, मैं राजी हूँ। जी तो नाजरीन साथ इनकी बेटी बैठी हुई है, उनसे भी थोड़ी सी गुफ्तगू करने की कोशिश करते हैं कि वो इस बारे में क्या कहती हैं। अस्सलाम वालेकुम। अच्छा बहन बताइएगा कि आपने जो पीछे टाइम देखा है अपनी ज़िंदगी में, इतनी मुश्किलात देखी हैं, फिर नशे पे की आदी हो गई, तो उस चीज़ से क्या सबक सीखा है, क्या फील होता है आपको? सबक मैं यही सीखा है कि कभी भी कोई लड़की, कोई लेडीज, कोई भैन भरा जो है ना नशे तो हट जाए, तो गलती मेरे को हुई है, खता हुई है, मैं उन्हें तो सबक यही सीखा है कि कोई भी नशे ते ना लगे। ठीक हो, मतलब ਤੁਹਾਨੂੰ ਆਪਣੀ ਉਸ ਚੀਜ਼ ਤੇ ਹਰਕਤ ਤੇ ਜਿਹੜਾ ਨਸ਼ੇ ਤੇ ਤੁਸੀਂ ਨਸ਼ਾ ਕਰਨਾ ਸ਼ੁਰੂ ਕਰਤਾ, ਅਫਸੋਸ ਹੈ ਤੁਸੀਂ ਉਸ ਚੀਜ਼ ਤੋਂ ਹੁਣ ਦੂਰ ਹੋ ਚੁੱਕੇ ਹੋ?
बहुत ज्यादा दूर हो चुकी हैं। ठीक हो ਮੈਨੂੰ गया। ਬਹੁਤ ਅਫਸੋਸ ਹੁੰਦਾ ਹੈ ਕਿ ਮੈਂ ਜੇ ਗੰਦੇ ਕੰਮ ਤੇ ਲੱਗ ਗਈ ਸੀ। हम्म, ਪਰ ਮੇਰੀ ਮਾਂ ਦੀ ਮਿਹਰਬਾਨੀ ਹੈ ਜੋ ਉਹਨਾਂ ਨੇ ਮੈਨੂੰ ਹਟਾਇਆ ਹੈ, ਉਹਨਾਂ ਨੇ ਨਈ ਜ਼ਿੰਦਗੀ ਮੈਨੂੰ ਦਿੱਤੀ ਹੈ हम्म। ਤੇ ਜੋ ਮੇਰੀ ਮਾਂ ਕਹੇਗੀ ਮੈਂ ਉਹਨਾਂ ਦੇ ਪਿੱਛੇ ਹੋਣਾ ਠੀਕ ਹੋ ਚਾਹਾਂਗੀ, ਮੈਂ ਕਿਸੇ ਦਾ ਕਹਿਣਾ ਨਹੀਂ ਕਰਨਾ। मतलब ਤੁਹਾਡੀ ਵਾਲਦਾ ਜਿੱਥੇ ਆਖਣਗੇ ਉੱਥੇ ਸ਼ਾਦੀ ਕਰ ਲੋਗੇ? ਹਾਂਜੀ, ਜਿੱਥੇ ਕਹਿਣਗੇ ਮੈਂ ਉੱਥੇ ਸ਼ਾਦੀ ਕਰ ਲਾਂਗੀ ਕਿਉਂਕਿ ਉਹ ਬਹੁਤ ਪਰੇਸ਼ਾਨ ਨੇ, ਬਹੁਤ ਟੈਨਸ਼ਨਾਂ ਲੈ ਰਹੇ ਨੇ ਤੇ हम्म, ਮੇਰੀ ਵਜ੍ਹਾ ਨਾਲ ਬਹੁਤ ਕਰਜ਼ੇ ਚ ਆ ਗਏ ਨੇ। ਮੈਂ ਇਹੀ ਚਾਹਨੀ ਆ ਕਿ ਉਹਨਾਂ ਦੇ ਜਿਹੜੇ ਸਿਰ ਤੇ ਬੋਝ ਹੈ, ਮੁਸ਼ਕਿਲਾਤ ਨੇ, ਉਹ ਹੱਲ ਹੋ ਜਾਣ। ठीक हो गया। जी नाजरीन, दो मजबूर माँ बेटियाँ आपके सामने बैठी हुई हैं और अपना दुख भी उन्होंने सुनाया, मजबूरियाँ भी आपको बताई। उम्मीद है कि जिस तरह आप हमारी बाकी स्टोरियों पे रब्ता करके हेल्प करते हैं, हमारे थ्रू भी करते हैं, डायरेक्ट नंबर लगा होता है फैमिलीज़ का, उनको भी आप फ़ोन करके और उनका से कंफर्मेशन करके उनकी भी हेल्प करते हैं। तो नाज़रीन, इस टाइम बहुत ज़्यादा ही ये मजबूर है, कर्ज़े वाले तंग कर रहे हैं, जवान बेटी घर है, माँ परेशान होती है जब जवान बेटी के घर पे बैठे हुए लोग उल्टी सीधी बातें करते हैं। माँ को अकेली बेटी को घर छोड़ के काम पे जाना पड़ता है और चंद घरों में काम करके खाना नाज़रीन पूरा नहीं होता, तो कर्जा उतारना या बेटी का इलाज करवाना तो दूर की बात है। तो नाज़रीन, स्क्रीन पे नंबर चल रहा होगा, उस नंबर पे आप रब्ता कर सकते हैं, जितनी हो सके हेल्प कीजिएगा और इसी बात के साथ अपने मेज़बान को इजाज़त दीजिएगा। दुआओं में याद रखिएगा, अपना ख्याल रखिएगा। अल्लाह हाफिज़।